ਪੰਜਾਬ ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬ ਵਾਸੀਓ ਅਤੇ ਖਾਲਸਾ ਪੰਥ ਦੇ ਸਿਰਦ ਵਾਰਸੋ, ਸਮਾਰਟ ਟੀਵੀ ਵੱਲੋਂ ਅੱਜ ਆਪ ਜੀ ਦੀ ਸੇਵਾ 'ਚ ਇੱਕ ਵਾਰੀ ਫਿਰ ਹਾਜ਼ਰ ਹਾਂ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਮੋਰਚੇ ਨੂੰ ਪੰਜਾਬ ਵਿੱਚ ਚੱਲਦਿਆਂ ਅੱਜ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਕਈ ਉਤਰਾਅ ਚੜ੍ਹਾਅ ਆਏ ਹਨ। ਕੇਂਦਰ ਸਰਕਾਰ ਆਪਣੀ ਜਿੱਦ 'ਤੇ ਅੜੀ ਹੋਈ ਹੈ ਕਿ ਉਸਨੇ ਕਿਸਾਨੀ ਮਸਲਿਆਂ ਨੂੰ ਸੰਬੋਧਨ ਨਹੀਂ ਹੋਣਾ, ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਜੋ ਮਾਲ ਗੱਡੀਆਂ ਦੀ ਆਮਦ ਸੀ ਉਸ 'ਤੇ ਵੀ ਰੋਕ ਲਗਾ ਦਿੱਤੀ ਹੈ। ਮੋਰਚਾ ਦਿਨ ਪਰ ਦਿਨ ਅੱਗੇ ਵੱਧਦਾ ਜਾ ਰਿਹਾ ਹੈ, ਪਰ ਇਸ ਦੇ ਵਿੱਚ ਹੁਣ ਬੜੀਆਂ ਨਵੀਆਂ ਤਬਦੀਲੀਆਂ ਆ ਰਹੀਆਂ ਨੇ, ਜਿਸ ਵੱਲ ਸਾਡਾ ਧਿਆਨ ਜਾਣਾ ਜ਼ਰੂਰੀ ਹੈ। ਵੀ ਸਮਾਰਟ ਟੀਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਕਿਸ ਢੰਗ ਦੇ ਨਾਲ ਜੋ ਹਾਲਾਤ ਬਣ ਰਹੇ ਨੇ ਔਰ ਇਸ ਦਾ ਕੀ ਸਿਧਾਂਤਕ, ਇਤਿਹਾਸਕ ਅਤੇ ਆਉਣ ਵਾਲੇ ਸਮੇਂ ਦਾ ਕੀ ਪਰਿਦ੍ਰਿਸ਼ ਬਣਦਾ ਹੈ, ਇਸ ਬਾਰੇ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ। ਸਾਡਾ ਟੌਪਿਕ ਹੈ ਕਿ ਕਿਸਾਨ ਮਸਲਿਆਂ ਦਾ ਜੋ ਹੱਲ ਹੋ ਜਾਏ ਜਾਂ ਜਿਸ ਤਰ੍ਹਾਂ ਵੀ ਇਹ ਲੜਾਈ ਚੱਲੇ, ਇਹ ਗੱਲ ਸਪਸ਼ਟ ਹੈ ਕਿ ਇਹ ਲੰਬੀ ਜਾਏਗੀ। ਪਰ ਇਸ ਦੌਰਾਨ ਜੋ ਪੰਜਾਬ ਦੀ ਸਥਿਤੀ, ਪੰਜਾਬ ਦੀ ਅਣਖ, ਪੰਜਾਬ ਦੇ ਹੱਕ, ਪੰਜਾਬ ਦੇ ਅਧਿਕਾਰ ਔਰ ਜੋ ਲੰਮਾ ਸੰਘਰਸ਼ ਪਿਛਲੇ ਦਹਾਕੇ ਚੱਲਦਾ ਆ ਰਿਹਾ ਹੈ, ਉਸ ਦਾ ਇਸ ਸੰਘਰਸ਼ ਦੇ ਨਾਲ ਕੀ ਸੰਬੰਧ ਹੈ, ਜਾਂ ਇਸ ਸੰਘਰਸ਼ ਵਿੱਚੋਂ ਕੀ ਨਵੀਆਂ ਅੰਤਰ ਦ੍ਰਿਸ਼ਟੀਆਂ ਨਿਕਲਦੀਆਂ ਨੇ, ਜਿਸ ਨਾਲ ਕਿ ਇਹ ਇੱਕ ਪੰਜਾਬ ਔਰ ਸਿੱਖ ਪੰਥ ਵਾਸਤੇ ਇੱਕ ਨਵੀਂ ਦਿਸ਼ਾ ਅਤੇ ਸੁਨੇਹਾ ਲੈ ਕੇ ਆ ਰਿਹਾ। ਖਾਲਸਾ ਜੀ, ਮੈਂ ਸਮਝਦਾ ਕਿ ਇਹ ਜੋ ਅੱਜ ਦੀ ਸਥਿਤੀ ਹੈ, ਇਹ ਅੱਜ ਦੀ ਇੱਕ ਤਰ੍ਹਾਂ ਦਾ ਸੱਚ ਹੈ। ਉਹ ਇਤਿਹਾਸ ਵਿੱਚ ਜੋ ਪਿਆ ਹੋਇਆ ਉਸ ਦਾ ਹੀ ਇੱਕ ਤਰ੍ਹਾਂ ਦਾ ਦ੍ਰਿਸ਼ਟਮਾਨ ਹੋ ਰਿਹਾ ਹੈ। ਪੰਜਾਬ ਦੇ ਹੱਕਾਂ ਦੀ ਗੱਲ ਤਾਂ ਕਰੀਏ ਤਾਂ ਬਹੁਤ ਲੰਮਾ ਸਮਾਂ ਲੱਗੇਗਾ, ਪਰ ਮੈਂ ਇਸ ਮੋਰਚੇ ਦੌਰਾਨ ਜੋ ਵਿਚਾਰ ਸਾਹਮਣੇ ਆ ਰਹੇ ਨੇ ਕਿ ਸਾਡਾ ਪੰਜਾਬ ਦਾ ਔਰ ਭਾਰਤ ਦੀਆਂ ਹੋਰ ਜਿਹੜੀਆਂ ਸਟੇਟਸ ਨੇ, ਉਸ ਦੇ ਉੱਤੇ ਜੋ ਦਿੱਲੀ ਸਰਕਾਰ ਵੱਲੋਂ ਜਾਂ ਜੋ ਹੋਰ ਹੁਣ ਰਾਜ ਕਰ ਰਹੇ ਨੇ, ਉਹਨਾਂ ਵੱਲੋਂ ਜੋ ਭਾਰਤ ਦੇ ਰਾਜਾਂ ਦੀ ਜੇ ਸਟਰਕਚਰ ਹੈ, ਫੈਡਰਲ ਸਟਰਕਚਰ, ਉਸ ਨੂੰ ਜੋ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਇਹਨਾਂ ਦੇ ਬਿੱਲਾਂ ਨਾਲ, ਜਾਂ ਹੋਰ ਜੋ ਉਹਨਾਂ ਨੀਤੀਆਂ ਆਈਆਂ ਨੇ, ਉਸ ਦਾ ਪੰਜਾਬ ਵਾਸੀਆਂ ਨੇ, ਸਿੱਖ ਪੰਥ ਨੇ ਔਰ ਦੂਜੀਆਂ ਸਟੇਟਸ ਨੇ ਕਿਵੇਂ ਮੁਕਾਬਲਾ ਕਰਨਾ ਹੈ। ਕਿਸਾਨੀ ਜਥੇਬੰਦੀਆਂ ਨੇ, 246 ਜਥੇਬੰਦੀਆਂ ਨੇ ਦਿੱਲੀ 'ਚ ਮੀਟਿੰਗ ਕਰਕੇ 5 ਨਵੰਬਰ ਨੂੰ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਹੈ। ਇੱਕ ਨਵਾਂ ਸੰਘਰਸ਼ ਅੱਗੇ ਵਧੇਗਾ, ਪਰ ਸਾਡਾ ਕੰਸਰਨ ਪੰਜਾਬ ਦੀ ਸਥਿਤੀ ਨਾਲ ਜ਼ਿਆਦਾ ਹੈ, ਕਿਉਂਕਿ ਸਮਝਦੇ ਹਾਂ ਕਿ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਹੱਕ ਮਹਿਜ਼ ਲੈਣ ਵਾਸਤੇ ਹੀ ਨਹੀਂ ਹੈਗੇ। ਹੱਕਾਂ ਨੂੰ ਵਰਤ ਕੇ ਅੱਗੇ ਕਿਸ ਪਾਸੇ ਪੰਥ ਨੇ ਜਾਣਾ ਹੈ, ਜਾਂ ਪੰਜਾਬ ਦੀ ਭਵਿੱਖ ਦੀ ਕੀ ਦਿਸ਼ਾ ਬਣਦੀ ਹੈ, ਇਸ ਬਾਰੇ ਅਸੀਂ ਵਿਚਾਰ ਕਰਾਂਗੇ। ਸਾਡਾ ਟੌਪਿਕ ਪੰਜਾਬ ਦੇ ਹਿੰਦੁਸਤਾਨ ਦੇ ਫੈਡਰਲ ਸਟਰਕਚਰ ਨੂੰ ਬਚਾ ਕੇ ਜਾਂ ਇਸ ਨੂੰ ਨਵੀਆਂ ਲੀਹਾਂ 'ਤੇ ਖੜ੍ਹਾ ਕਰਕੇ ਪੰਜਾਬ ਦੇ ਕੀ ਨਵੇਂ ਅਧਿਕਾਰ ਬਣਦੇ ਨੇ, ਜਾਂ ਪੰਜਾਬ ਨੇ ਇਸ ਸੰਬੰਧੀ ਕੀ ਅੱਗੇ ਕਿਵੇਂ ਵਧਣਾ ਹੈ, ਇਸ ਬਾਰੇ ਸਾਡਾ ਵਿਚਾਰ ਕਰਨ ਦਾ ਮੁੱਦਾ ਹੈ। ਸੋ ਮੈਂ ਇਸ ਨੂੰ ਇਸ ਤਰ੍ਹਾਂ ਲੈਣਾ ਖਾਲਸਾ ਜੀ ਕਿ ਜੋ ਬੈਟਲ ਲਾਈਨ ਡਰਾ ਹੋ ਗਈਆਂ ਨੇ, ਇੱਕ ਪਾਸੇ ਤਾਂ ਕਿਸਾਨੀ ਮੰਗਾਂ ਨੇ, ਕਿਸਾਨੀ ਜਥੇਬੰਦੀਆਂ ਵਿੱਚੋਂ ਕੋਈ ਐਸੀ ਲੀਡਰਸ਼ਿਪ ਅਜੇ ਨਹੀਂ ਉੱਭਰ ਕੇ ਸਾਹਮਣੇ ਆ ਰਹੀ ਜੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰੇ। ਪਰ ਇਸ ਦੇ ਨਾਲ ਜਿਹੜਾ ਯੂਥ ਹੈ, ਜਿਸ ਤਰ੍ਹਾਂ ਜਿਹੜੇ ਸਿੱਖ ਯੂਥ ਨੇ, ਜਿਹੜੇ ਭਾਵੇਂ ਉਹ ਸਿੱਖੀ ਲਿਬਾਸ ਵਿੱਚ ਨੇ ਜਾਂ ਸਿੱਖੀ ਲਿਬਾਸ ਨੂੰ ਛੱਡ ਚੁੱਕੇ ਨੇ, ਉਹ ਜੋ ਲੋਕ ਅੱਗੇ ਆ ਰਹੇ ਨੇ ਔਰ ਉਹਨਾਂ ਨੂੰ ਯੂਥ ਜਿਹੜਾ ਬੜੇ ਧਿਆਨ ਨਾਲ ਸੁਣ ਰਿਹਾ ਹੈ, ਉਹਨਾਂ ਨੂੰ ਸਮਝ ਰਿਹਾ ਹੈ ਔਰ ਉਹਨਾਂ ਨੂੰ ਫੋਲੋ ਵੀ ਕਰ ਰਿਹਾ ਹੈ, ਉਹ ਜਿਹੜਾ ਉਹਨਾਂ ਦਾ ਕੀ ਦਿਸ਼ਾ ਹੈ, ਇੱਕ ਤਾਂ ਕਿਸਾਨੀ ਦਿਸ਼ਾ ਹੈ, ਇੱਕ ਪਾਸੇ ਯੂਥ ਦੀ ਦਿਸ਼ਾ ਹੈ। ਸੋ ਇਹ ਜੋ ਦੋ ਬੈਟਲ ਲਾਈਨਸ ਡਰਾ ਹੋਈਆਂ ਨੇ, ਇਸ ਵਾਸਤੇ ਮੈਂ ਸਮਝਦਾ ਕਿ ਸਾਡੇ ਜਿਹੜਾ ਸਿੱਖ ਯੂਥ ਹੈ ਉਸ ਨੂੰ ਦਿਸ਼ਾ ਦੇਣੀ ਬੜੀ ਜ਼ਰੂਰੀ ਹੈ ਕਿ ਪੰਜਾਬ ਦਾ ਜਿਹੜਾ ਫੈਡਰਲ ਸਟਰਕਚਰ ਔਰ ਇਸ ਦੇ ਨਾਲ ਜਿਹੜੀ ਹੋਰ ਜੋ ਇਸ ਦੇ ਨਾਲ ਜੁੜੀਆਂ ਗੱਲਾਂ ਨੇ, ਉਹ ਇਸ ਮੋਰਚੇ ਵਿੱਚ ਕਿਵੇਂ ਅੱਗੇ ਵੱਧ ਸਕਦੀਆਂ ਨੇ, ਸਾਡੇ ਸਿੱਖ ਯੂਥ ਦੀ ਚੇਤਨਾ ਦਾ ਕੇਂਦਰ ਬਿੰਦੂ ਬਣ ਸਕਦੀਆਂ ਨੇ। ਸੋ ਇਸ ਵਾਸਤੇ ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਇਸ ਬਾਰੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਮੈਂ ਇਸ ਵਿਚਾਰ ਨੂੰ ਦਾ ਜੋ ਆਧਾਰ ਹੈ ਉਹ ਮੈਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਬਣਾਵਾਂਗਾ, ਜੋ ਕਿ 1973 ਦੇ ਵਿੱਚ ਅਕਾਲੀ ਦਲ ਵੱਲੋਂ ਅਨੰਦਪੁਰ ਸਾਹਿਬ ਧਰਤੀ 'ਤੇ ਪਾਸ ਕੀਤਾ ਗਿਆ, ਔਰ ਉਸ ਦੇ ਵਿੱਚ ਹੋਰ ਬੜੀਆਂ ਗੱਲਾਂ, ਕਿਉਂਕਿ ਉਹਦੇ 'ਚ ਇੱਕ ਬੜਾ ਕੰਪਲੀਟ ਮਤਾ ਹੈ ਉਹ, ਜਿਹੜਾ ਕਿ ਸਾਡੀਆਂ ਜੋ ਅੱਗੀਆਂ ਤਿੰਨ ਚਾਰ ਦਿਸ਼ਾਵਾਂ ਬਣਦੀਆਂ ਰਾਜਨੀਤਿਕ ਸੁਰੱਖਿਆ ਦੀਆਂ, ਉਹਦਾ ਆਧਾਰ ਬਣ ਸਕਦਾ ਹੈ। ਮੰਦੇ ਭਾਗਾਂ ਨੂੰ ਉਹਨਾਂ ਬਾਰੇ ਅਕਾਲੀ ਦਲ ਨੇ ਪਿਛਲੇ 30-35 ਸਾਲ 40 ਸਾਲਾਂ ਦੇ ਵਿੱਚ ਕੋਈ ਦਿਸ਼ਾ ਜਾਂ ਕੋਈ ਗੱਲ ਨਹੀਂ ਕੀਤੀ।
ਨਾ ਪੰਜਾਬ ਨੂੰ ਪੂਰਾ ਕਰਾਉਣ ਵਾਸਤੇ, ਚੰਡੀਗੜ੍ਹ ਲੈਣ ਵਾਸਤੇ ਜਾਂ ਪਾਣੀਆਂ ਦਾ ਕੰਟਰੋਲ ਲੈਣ ਵਾਸਤੇ ਜਾਂ ਪੰਜਾਬੀ ਬੋਲਦੇ ਇਲਾਕੇ ਲੈਣ ਵਾਸਤੇ ਕੋਈ ਗੱਲ ਨਹੀਂ ਕੀਤੀ, ਕੇਵਲ ਸੱਤਾ ਹੀ ਹੰਢਾਈ ਹੈ। ਪਰ ਜਦੋਂ ਇੱਕ ਸਟੇਜ 'ਤੇ ਕੋਈ ਅਜਿਹੀ ਲੀਡਰਸ਼ਿਪ ਡਿਸਕ੍ਰੈਡਿਟ ਹੋ ਜਾਏ ਜਾਂ ਉਹ ਕਨਫਿਊਜ਼ ਹੋ ਜਾਏ ਜਾਂ ਉਹ ਇਸ ਮਹਿਸੂਸ ਕਰੇ ਕਿ ਸਾਡੇ ਕੋਲ ਆਉਣ ਵਾਲੇ ਸਮੇਂ 'ਚ ਦਿਸ਼ਾ ਦੇਣ ਵਾਸਤੇ ਪੰਥ ਨੂੰ ਕੋਈ ਨਹੀਂ ਹੈ ਚੀਜ਼, ਤਾਂ ਕਿ ਇਸ ਬਾਰੇ ਪੰਥ ਚੁੱਪ ਕਰਕੇ ਰਹਿ ਸਕਦਾ, ਸਾਡਾ ਯੂਥ ਇਸ ਗੱਲ ਨੂੰ ਵੀ ਛੱਡ ਸਕਦਾ। ਸੋ ਮੈਂ ਸਮਝਦਾ ਕਿ ਅਸੀਂ ਉਸ ਯੂਥ ਨੂੰ ਐਡਰੈਸ ਹੋ ਰਹੇ ਹਾਂ ਸਮਾਰਟ ਟੀਵੀ ਵੱਲੋਂ, ਜਿਹੜਾ ਕਿ ਅੱਜ ਪੰਥ ਦੇ ਔਰ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ। ਸੋ ਅਨੰਦਪੁਰ ਸਾਹਿਬ ਦਾ ਮਤਾ ਬੜਾ ਸਪਸ਼ਟ ਹੈ ਇਸ ਪਾਸੇ, ਕਿਉਂਕਿ ਉੱਥੇ ਵੀ ਉਸ ਮਤੇ ਦੇ ਵਿੱਚ ਜਿੱਥੇ ਰਾਜਸੀ ਆਟੋਨਮੀ ਦੀ ਗੱਲ ਕੀਤੀ ਗਈ ਹੈ, ਦੂਸਰਾ ਉਹਦੇ 'ਚ ਆਰਥਿਕ ਆਟੋਨਮੀ ਦੀ ਗੱਲ ਕੀਤੀ ਗਈ, ਕਲਚਰ, ਐਜੂਕੇਸ਼ਨਲ ਔਰ ਹੋਰ ਸਾਰੇ ਪੰਜਾਬ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਉਸ ਬਾਰੇ ਮੈਂ ਮਹਿਸੂਸ ਕਰਦਾ ਕਿ ਉਹ ਇੱਕ ਕੰਪਲੀਟ ਮਤਾ ਹੈ। ਅੱਜ ਇਸ ਮਤੇ ਦੇ ਵਿੱਚੋਂ, ਅੱਜ ਅੰਦੋਲਨ ਵਿੱਚੋਂ ਖੁਦ ਮੁਖਤਿਆਰੀ ਦਾ ਸ਼ਬਦ ਜਿਹੜਾ ਸਾਹਮਣੇ ਆ ਰਿਹਾ ਹੈ। ਖੁਦ ਮੁਖਤਿਆਰੀ ਜਿਹੜਾ ਇੱਕ ਬਹੁਤ ਪ੍ਰਤੀ ਸ਼ਬਦ ਹੈ, ਜਿਹੜਾ ਕਿ ਇੱਕ ਦੇਸ਼ ਦੇ ਅੰਦਰ ਇੱਕ ਸਟੇਟ ਨੂੰ ਦਿੱਤੇ ਹੋਏ ਅਧਿਕਾਰਾਂ ਨੂੰ ਵਰਤਣ ਦੀ ਖੁੱਲ੍ਹ ਔਰ ਉਸ ਨੂੰ ਵਰਤ ਕੇ ਆਪਣੀ ਕਲਚਰ, ਆਪਣਾ ਧਰਮ, ਆਪਣੀ ਰਾਜਨੀਤੀ, ਆਪਣੀ ਆਰਥਿਕਤਾ ਨੂੰ ਬਚਾ ਕੇ ਇੱਕ ਜੋ ਫੈਸਲੇ ਲੈਣ ਦੀ ਇੱਕ ਦਿਸ਼ਾ ਹੁੰਦੀ ਹੈ, ਉਹ ਵੀ ਖੁਦ ਮੁਖਤਿਆਰੀ ਚਾਹੁੰਦੀ ਹੈ, ਜਿਸ ਨੂੰ ਕਿ ਅਸੀਂ ਕਹਿ ਸਕਦੇ ਹਾਂ ਕਿ ਉਹ ਅੰਦਰੂਨੀ ਖੁਦ ਮੁਖਤਿਆਰੀ ਹੈ। ਬਾਹਰੀ ਅਤੇ ਜਿਹੜੀ ਇੱਕ ਸਟੇਟ ਨੂੰ ਖੁਦ ਮੁਖਤਿਆਰੀ ਦੇਣਾ, ਉਹ ਯੂਨੀਅਨ ਤੋਂ ਵੱਖ ਹੋ ਕੇ ਇੱਕ ਵੱਖਰਾ ਰਾਜ ਬਣਾ ਲੈਣਾ, ਵੱਖਰਾ ਦੇਸ਼ ਬਣਾ ਲੈਣਾ, ਉਹ ਵੀ ਖੁਦ ਮੁਖਤਿਆਰੀ ਚਾਹੁੰਦਾ ਹੈ। ਪਰ ਜਦੋਂ ਅੱਜ ਦੇ ਨੌਜਵਾਨ ਖੁਦ ਮੁਖਤਿਆਰੀ ਦੀ ਗੱਲ ਕਰਦੇ ਨੇ ਤਾਂ ਪੱਤਰਕਾਰਾਂ ਦੇ ਔਰ ਹੋਰ ਲੋਕਾਂ ਦੇ ਕੰਨ ਇਸ ਕਰਕੇ ਖੜੇ ਹੋ ਜਾਂਦੇ ਨੇ ਕਿ ਇਹ ਕੀ ਖਾਲਿਸਤਾਨ ਹੈ। ਅਤੇ ਉਹ ਜਿਹੜੇ ਲੋਕ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਫਿਰ ਡਿਫੈਂਡ ਕਰਨਾ ਪੈਂਦਾ ਵੀ ਨਹੀਂ, ਇਹ ਖਾਲਿਸਤਾਨ ਨਹੀਂ ਹੈ, ਇਹ ਸਾਡੀ ਅੰਦਰੂਨੀ ਖੁਦ ਮੁਖਤਿਆਰੀ ਦੀ ਗੱਲ ਹੈ। ਮੈਂ ਇਸ ਵਿਸ਼ੇ 'ਚ ਅਜੇ ਫਿਰ ਪਾਵਾਂਗਾ ਕਿ ਇਹ ਖੁਦ ਮੁਖਤਿਆਰੀ ਕਿਸ ਪਾਸੇ ਜਾ ਰਹੀ ਹੈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਖੁਦ ਮੁਖਤਿਆਰੀ ਜਿਹੜੀ ਹੈ ਉਹ ਇੱਕ ਪਾਪੂਲਰ ਸ਼ਬਦ ਬਣਦਾ ਜਾ ਰਿਹਾ ਹੈ। ਖੁਦ ਮੁਖਤਿਆਰੀ ਸ਼ੇਅਰਿੰਗ ਆਫ ਸੋਵਰਨਟੀ ਵੀ ਹੈ। ਖੁਦ ਮੁਖਤਿਆਰੀ ਆਪਣੀ ਤਕਦੀਰ ਦਾ ਆਪ ਫੈਸਲਾ ਕਰਨ ਲਈ ਪੰਜਾਬ ਦੇ ਲੋਕਾਂ ਦੀ ਲੋੜਾਂ ਦੇ ਅਨੁਸਾਰ ਫੈਸਲੇ ਲੈਣ ਦੀ ਜੁਗਤ ਔਰ ਸਮਰੱਥਾ ਅਤੇ ਉਸ ਨੂੰ ਤਾਕਤ ਦੇਣ ਦੀ ਗੱਲ ਹੈ। ਅਤੇ ਇਸ ਦੇ ਨਾਲ ਜਿਹੜੀ ਅਨੰਦਪੁਰ ਸਾਹਿਬ ਦਾ ਮਤਾ, ਉਹਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਅੱਗੇ ਲੈ ਜਾਵਾਂ, ਮੈਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜੋ ਵਿਚਾਰ ਇਸ ਸੰਬੰਧੀ ਦਿੱਤੇ ਗਏ ਨੇ ਉਹ ਮੈਂ ਆਪ ਜੀ ਨਾਲ ਸਾਂਝੇ ਕਰਾਂਗਾ। ਉਹ ਲਿਖਿਆ ਗਿਆ, ਕੋਟ ਕਰਦਾ, ਪੰਥਕ ਰਾਜਸੀ ਨਿਸ਼ਾਨਾ ਨਿਸ਼ਚਿਤ ਤੌਰ 'ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ਮਨ ਮੰਦਰ ਵਿੱਚ ਉਲੀਕਿਆ ਚਲਿਆ ਆ ਰਿਹਾ ਹੈ, ਜਿਸ ਦਾ ਮਕਸਦ ਖਾਲਸਾ ਜੀ ਕੇ ਬੋਲ ਬਾਲੇ ਹੈ। ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਦੇ ਰਾਜਸੀ ਵਿਧਾਨ ਦੀ ਸਿਰਜਣਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਹੁਣ ਇਤਨੇ ਸ਼ਬਦ ਦੇ ਵਿੱਚ 3-4 ਗੱਲਾਂ ਬੜੀ ਸਪਸ਼ਟ ਹੁੰਦੀਆਂ ਨੇ। ਇੱਕ ਤਾਂ ਹੈ ਖਾਲਸਾ ਜੀ ਕੇ ਬੋਲ ਬਾਲੇ, ਦੂਸਰਾ ਹੈ ਜਨਮ ਸਿੱਧ ਅਧਿਕਾਰ, ਖਾਲਸਾ ਜੀ ਦਾ ਇਹ ਜਨਮ ਸਿੱਧ ਅਧਿਕਾਰ ਹੈ, ਤੀਸਰਾ ਹੈ ਰਾਜਸੀ ਵਿਧਾਨ ਦੀ ਸਿਰਜਣਾ, ਔਰ ਚੌਥਾ ਹੈ ਉਸ ਬੁਨਿਆਦੀ ਢਾਂਚਾ, ਉਸ ਨੀਂਹ ਦਾ ਬਣਨਾ। ਬੁਨਿਆਦੀ ਢਾਂਚੇ ਦੀ ਨੀਂਹ ਜਿਹੜੀ ਹੈ ਉਹ ਇਸ ਵੱਖਰੇ ਵਿਧਾਨ ਦੇ ਉੱਤੇ ਖੜ੍ਹੀ ਹੈ। ਇਹ ਅਨੰਦਪੁਰ ਸਾਹਿਬ ਦਾ ਮਤਾ ਕਹਿੰਦਾ ਹੈ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਅਸੀਂ ਜਿਵੇਂ ਜਾਣਦੇ ਹਾਂ ਕਿ ਸਰਦਾਰ ਕਪੂਰ ਸਿੰਘ ਜੋ ਪੰਥ ਦੇ ਨੈਸ਼ਨਲ ਪ੍ਰੋਫੈਸਰ ਸਿੱਖਿਜ਼ਮ ਵੀ ਹੋਏ ਨੇ, ਉਹਨਾਂ ਦੇ ਵਿਚਾਰ ਵੀ ਆਏ ਸਨ, ਇਸੇ ਮਤੇ ਦੇ ਵਿੱਚ ਰੱਖੇ ਗਏ ਸਨ, ਉਹ ਵੀ ਦਿੱਤੇ ਗਏ। ਪਰ ਉਸ ਤੋਂ ਵਿੱਚ ਅੱਗੇ ਜਾ ਕੇ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜੋ ਸਰਦਾਰ ਕਪੂਰ ਸਿੰਘ ਦੇ ਵਿਚਾਰ ਨੇ, ਉਹ ਇਹ ਹੈ ਕਿ ਸੰਵਿਧਾਨ ਦੇ ਵਿੱਚ ਸਿੱਖਾਂ ਦੇ ਵਿਸ਼ੇਸ਼ ਅਧਿਕਾਰ ਨਿਯਤ ਕੀਤੇ ਜਾਣ। ਕਲਚਰਲ ਅਧਿਕਾਰ, ਉਹਨਾਂ ਤੱਕ ਉਹਨਾਂ ਦੀ ਕਲਚਰ, ਧਰਮ, ਕੌਮ, ਉਹਨਾਂ ਦੀ ਕੌਮੀ ਅਭਿਲਾਸ਼ਾਵਾਂ ਜਿਹੜੀਆਂ ਨੇ ਉਹ ਸੁਰੱਖਿਅਤ ਰਹਿ ਸਕਣ। ਔਰ ਸਿਰਫ 4 ਮਹਿਕਮੇ ਜਿਹੜੇ, ਇਹ ਮਤਾ ਵੀ ਇਸ ਕਦਰ ਕਹਿੰਦਾ ਹੈ ਕਿ 4 ਮਹਿਕਮੇ ਡਿਫੈਂਸ, ਡਾਕਤਾਰ, ਰੇਲਵੇ ਅਤੇ ਵਿਦੇਸ਼ੀ ਮਾਮਲੇ ਜਿਹੜੇ ਨੇ ਉਹਦੇ 'ਚ ਜਿਹੜੇ ਕੇਂਦਰ ਸਰਕਾਰ ਆਪਣੇ ਅਧਿਕਾਰ ਰੱਖੇ, ਬਾਕੀ ਸਾਰੇ ਅਧਿਕਾਰ ਜਿਹੜੇ ਨੇ ਉਹ ਸਟੇਟਸ ਨੂੰ ਦੇ ਦਿੱਤੇ ਜਾਣ। ਫੈਡਰਲ ਸਟਰਕਚਰ ਦੇ ਵਿੱਚ ਕੰਕਰੈਂਟ ਲਿਸਟ ਹੈ, ਸਟੇਟ ਲਿਸਟ ਹੈ ਔਰ ਸੈਂਟਰਲ ਲਿਸਟ ਹੈ, ਜਿਹਦੇ ਮੁਤਾਬਕ ਇੱਕ ਦੇਸ਼ ਤਾਂ ਚੱਲ ਰਿਹਾ ਹੈ, ਭਾਵੇਂ ਉਹ ਯੂਨੀਅਨ ਹੈ ਜਾਂ ਫੈਡਰੇਸ਼ਨ ਹੈ, ਲੇਕਿਨ ਕੇਂਦਰ ਸਰਕਾਰ ਖਾਸ ਤੌਰ 'ਤੇ ਵਰਤਮਾਨ ਦੀ ਸਰਕਾਰ ਜਿਹੜੀ ਹੈ ਉਹ ਇਹਨਾਂ ਅਧਿਕਾਰਾਂ ਨੂੰ ਹੌਲੀ ਹੌਲੀ ਖੋ ਰਹੀ ਹੈ, ਤਾਂ ਕਿ ਇਸ ਫੈਡਰੇਸ਼ਨ ਸਟਰਕਚਰ ਦਾ ਹੈਗਾ ਉਹ ਕਨਫਿਊਜ਼ਨ ਪੈ ਜਾਏ। ਸਰਕਾਰ ਦਾ ਇੱਕ ਨੀਤੀ ਵੀ ਹੁੰਦੀ ਹੈ ਕਿ ਪਹਿਲਾਂ ਇੱਕ ਚੀਜ਼ ਬੱਚੇ ਕੋਲੋਂ ਖਿਡੌਣਾ ਖੋਹ ਲਓ, ਫਿਰ ਬੱਚਾ ਜਦੋਂ ਰੋਂਦਾ ਹੈ ਤਾਂ ਉਸ ਨੂੰ ਉਹੀ ਖਿਡੌਣਾ ਵਾਪਸ ਦੇ ਦਿਓ। ਇਹ ਨੀਤੀ ਸਰਕਾਰਾਂ ਦੀ ਚੱਲਦੀ ਆਉਂਦੀ ਹੈ ਕਿ ਕਨਫਿਊਜ਼ ਪੈਦਾ ਕਰ ਦਿਓ ਔਰ ਲੋਕਾਂ ਨੂੰ ਇਸ ਤਰੀਕੇ ਨਾਲ ਮਤਲਬ ਕਨਫਿਊਜ਼ ਕਰ ਦਿਓ ਕਿ ਉਹ ਆਪਣੀਆਂ ਗੱਲਾਂ ਦੇ ਵਿੱਚ, ਜਿਵੇਂ ਆਪਾਂ ਐਜੀਟੇਸ਼ਨ ਕਰਦੇ ਹਾਂ, ਐਜੀਟੇਸ਼ਨ ਕਰਦਿਆਂ ਕੋਈ ਗ੍ਰਿਫਤਾਰੀਆਂ ਹੁੰਦੀਆਂ ਨੇ, ਕੋਈ ਹੋਰ ਸਜ਼ਾਵਾਂ ਮਿਲਦੀਆਂ ਨੇ ਲੋਕਾਂ ਨੂੰ, ਪਰ ਜਦੋਂ ਉਹ ਗੱਲਬਾਤ ਹੁੰਦੀ ਹੈ ਤਾਂ ਅਸੀਂ ਗੱਲਬਾਤ ਜਿਹੜੀ ਆ ਉਹ ਗ੍ਰਿਫਤਾਰੀਆਂ ਤੋਂ ਹਟਾ ਲੋਕਾਂ ਨੂੰ ਰਿਹਾ ਕਰਾਉਣ ਵਾਸਤੇ ਜਾਂ ਮਤਲਬ ਛੋਟੀ ਛੋਟੀ ਗੱਲ ਰਹਿ ਜਾਂਦੀ, ਉਹਨੂੰ ਮੁੱਦਾ ਖਤਮ ਹੋ ਜਾਂਦਾ।
ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਕਿ ਅੱਜ ਇਸ ਮਤੇ ਦੀ ਗੱਲ ਜਿਹੜੀ ਹੈ ਇੱਕ ਆਧਾਰ ਬਣ ਰਹੀ ਹੈ ਤਾਂ ਇਹਦੇ 'ਚ ਤਿੰਨ ਗੱਲਾਂ ਨੇ ਵਿਸ਼ੇਸ਼ ਤੌਰ 'ਤੇ ਖਾਲਸਾ ਪੰਥ ਨੂੰ ਸਮਝਣ ਲਈ। ਜਿਵੇਂ ਸਿੱਖ ਪੰਥ ਦਾ, ਸਿੱਖ ਧਰਮ ਦਾ ਮੂਲ ਆਧਾਰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਅਤੇ ਤ੍ਰਿਵੈਣੀ ਹੈ, ਇਸ ਤਰ੍ਹਾਂ ਸਿੱਖ ਪੰਥ ਦੀ ਰਾਜਸੀ ਐਸਪੀਰੇਸ਼ਨ ਜਿਹੜੀਆਂ ਨੇ, ਜਿਹੜੀਆਂ ਰਾਜਸੀ ਅਭਿਲਾਸ਼ਾਵਾਂ ਨੇ, ਉਹ ਖਾਲਸਾ ਜੀ ਤਿੰਨ ਗੱਲਾਂ ਤੋਂ ਉੱਠ ਕੇ ਖੜੀਆਂ ਨੇ। ਇੱਕ, ਖਾਲਸਾ जी के बोल वाले, एमिनेंस ऑफ द ऑर्डर ऑफ द खालसा। दूसरा, राज करेगा खालसा। और तीसरा है, नानक नाम चढ़दी कला तेरे भाणे सरबत दा भला। दैट मीनस द खालसा शैल रूल नॉट ओनली इन पंजाब बट इन द होल वर्ल्ड। ਇਹਦਾ ਪ੍ਰਭਾਵ ਜਾਣਾ ਚਾਹੀਦਾ ਹੈ। ਅਤੇ ਖਾਲਸਾ ਜੀ ਕੇ ਬੋਲ ਵਾਲੇ ਅਤੇ ਸਰਬਤ ਦਾ ਭਲਾ ਜਿਹੜਾ ਸਿਧਾਂਤ ਹੈ, ਇਹ ਤਿੰਨ ਸਿਧਾਂਤ ਜਿਹੜੇ ਨੇ ਉਸ ਤ੍ਰਿਵੈਣੀ ਵਾਂਗ ਹੀ ਸਾਡੀ ਰਾਜਸੀ ਐਸਪੀਰੇਸ਼ਨਸ ਦਾ ਪ੍ਰਗਟਾਵਾ ਕਰਦੇ ਨੇ। ਹੁਣ ਜਦੋਂ ਅਸੀਂ ਖਾਲਸੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹਨਾਂ ਤਿੰਨਾਂ ਗੱਲਾਂ 'ਤੇ ਫੋਕਸ ਕਰਨਾ ਪਏਗਾ। ਮੈਂ ਆਪਣੀ ਕਿਤਾਬ ਖਾਲਸਾ ਪੰਥ ਦਾ ਨੀਤੀ ਸ਼ਾਸਤਰ, ਖਾਲਸਾ ਨੀਤੀ ਸ਼ਾਸਤਰ ਦੇ ਵਿੱਚ ਇਸਨੂੰ ਬੜੇ ਵਿਸਥਾਰ ਸੇ ਦਿੱਤਾ ਹੈ ਕਿ ਇਹਨਾਂ ਦੇ ਕੀ ਅਰਥ ਨੇ। ਔਰ ਇਸ ਕਿਤਾਬ ਦਾ ਸਬ ਟਾਈਟਲ ਹੀ ਹੈ ਰਾਜ ਕੇ ਖਾਲਸਾ ਦੇ ਜੋ ਸਮਾਧੀ ਗਲੋਬਲ ਪ੍ਰਸਾਰ। ਇਸ ਬਾਰੇ ਜਦੋਂ ਅਸੀਂ ਕਿਤਾਬ ਦਾ ਰਿਵਿਊ ਕਰਾਂਗੇ, ਆਪਣੇ ਵਿਚਾਰ ਕਰਾਂਗੇ ਤਾਂ ਅਸੀਂ ਇਸ ਬਾਰੇ ਦੱਸਾਂਗੇ। ਪਰ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੂਲ ਮੁੱਦਾ ਹੈ ਉਹ ਹੈ ਪੰਜਾਬ ਦੇ ਹੱਕਾਂ ਦੀ ਦਿਸ਼ਾ ਕੀ ਹੋਵੇ। ਕਿਉਂਕਿ ਕੱਲ੍ਹ ਨੂੰ ਅਗਰ ਜਿਹੜਾ ਸੰਘਰਸ਼ ਹੈ ਲੰਬਾ ਜਾਂਦਾ ਹੈ ਔਰ ਮੰਗਾਂ ਵੀ ਮੰਨੀਆਂ ਜਾਂਦੀਆਂ ਨੇ, ਅਧੂਰੀਆਂ ਮੰਗੀਆਂ ਜਾਂਦੀਆਂ ਨੇ, ਜਾਂ ਜਿਸ ਤਰੀਕੇ ਨਾਲ ਇਹ ਸਾਰੇ ਭਾਰਤ 'ਚ ਫੈਲ ਰਿਹਾ ਹੈ, ਇਸ ਬਾਰੇ ਮੈਂ ਸਮਝਦਾ ਕਿ ਖਾਲਸਾ ਜੀ ਨੌਜਵਾਨਾਂ ਕੋਲ ਇੱਕ ਵਰਕਿੰਗ ਏਜੰਡਾ ਜ਼ਰੂਰ ਚਾਹੀਦਾ ਹੈ, ਜਿਹਨੂੰ ਅਸੀਂ ਵਿਜ਼ਨ ਕਹਿ ਸਕਦੇ ਹਾਂ। ਵਿਜ਼ਨ ਡਾਕੂਮੈਂਟ ਦਾ ਆਧਾਰ ਬਣ ਸਕਦੇ ਨੇ ਇਹ ਤਿੰਨੋਂ ਗੱਲਾਂ ਕਿ ਕਿਸ ਢੰਗ ਦੇ ਨਾਲ ਅਸੀਂ ਪੰਜਾਬ ਨੂੰ ਦੇ ਹੱਕਾਂ ਨੂੰ ਇਹਨਾਂ ਤਿੰਨ ਗੱਲਾਂ 'ਤੇ ਖਾਲਸਾ ਜੀ ਕੇ ਬੋਲ ਵਾਲੇ, ਖਾਲਸਾ ਜੀ ਕੇ ਰਾਜ ਕਾ ਖਾਲਸਾ ਅਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦੇ ਭਲੇ ਦੇ ਸਿਧਾਂਤ 'ਤੇ ਲੈ ਕੇ ਆਵਾਂਗੇ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਲੋਕਾਂ ਨੂੰ ਔਰਗਨਾਈਜ਼ ਕਰ ਸਕੀਏ, ਯੂਥ ਨੂੰ ਔਰਗਨਾਈਜ਼ ਕਰ। ਇਸ ਨੂੰ ਮੈਂ ਇਸ ਤਰ੍ਹਾਂ ਨਹੀਂ ਲੈਣਾ ਕਿ ਜਦੋਂ ਇਕੋਨੋਮਿਕ ਅਧਿਕਾਰਾਂ ਦੀ ਗੱਲ ਆਉਂਦੀ ਹੈ ਜਾਂ ਖੇਤੀ ਸੰਕਟ ਦੀ ਗੱਲ ਆਉਂਦੀ ਹੈ ਤਾਂ ਮੈਂ ਇਹਦੇ ਵਿੱਚ ਇਹ ਸਮਝ ਲੈਣਾ ਕਿ ਜਿਹੜਾ ਸਾਡਾ ਕਿਰਤ ਸੱਭਿਆਚਾਰ ਹੈ, ਜਿਹੜਾ ਸਾਡਾ ਖੇਤੀ ਸੱਭਿਆਚਾਰ ਹੈ, ਉਹਦੇ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਜਿਸ ਬਾਰੇ ਅਸੀਂ ਅੱਗੇ ਵਿਚਾਰ ਕਰਾਂਗੇ ਅਤੇ ਅਸੀਂ ਕਿਤਾਬ 'ਚ ਇਸ ਬਾਰੇ ਡਿਟੇਲ ਦਿੱਤਾ ਹੋਇਆ। ਪਰ ਮੂਲ ਮੁੱਦਾ ਸਾਡੇ ਸਾਹਮਣੇ ਹੈ ਸ਼ੇਅਰਿੰਗ ਆਫ ਸੋਵਰੇਨਟੀ, ਕਿ ਹਿੰਦੁਸਤਾਨ ਦੀ ਜਿਹੜੀ ਹੋਂਦ ਹੈ ਇਸ ਬਾਰੇ ਸਮੀਖਿਆ ਕਰਨ ਦਾ ਸਮਾਂ ਆ ਗਿਆ ਹੈ। ਇਹਦੇ ਸਿਸਟਮ ਨੂੰ ਦੁਬਾਰਾ ਰਿਵਿਊ ਕਰਨ ਦੀ ਲੋੜ ਆ ਗਈ ਹੈ, ਕਿਉਂਕਿ 1947 ਜੋ ਸਥਿਤੀ ਬਣੀ ਸੀ, 1950 ਜੋ ਸਥਿਤੀ ਬਣੀ ਸੀ, ਉਹ ਸੰਵਿਧਾਨ ਘਾੜਿਆਂ ਸਾਹਮਣੇ ਜੋ ਸਥਿਤੀਆਂ ਬਣੀਆਂ ਸਨ, ਉਹਨਾਂ ਨੇ ਇਸ ਗੱਲ ਮਹਿਸੂਸ ਕਰਦੇ ਹੋਏ ਕਿ ਹਿੰਦੂ ਬਹੁ ਗਿਣਤੀ ਦਾ ਰਾਜ ਜਿਹੜਾ ਪਿਛਲੇ 800-900 ਸਾਲ, 1000 ਸਾਲ ਦੇ ਵਕਫੇ ਤੋਂ ਬਾਅਦ ਆਇਆ ਹੈ, ਇਸ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਪਰ ਉਹਨਾਂ ਨੇ ਇਸ ਗੱਲ ਬਾਰੇ ਜ਼ਿਕਰ ਵੀ ਕੀਤਾ ਕਿ ਭਾਰਤ ਚੂੰਕਿ ਇੱਕ ਬਹੁਤ ਸੱਭਿਆਚਾਰਕ, ਬਹੁਤ ਭਾਸ਼ਾਈ ਅਤੇ ਬਹੁਤ ਧਰਮੀ ਦੇਸ਼ ਹੈ, ਬਹੁਤ ਕੌਮੀ ਦੇਸ਼ ਨਹੀਂ ਵੀ ਹੈ, ਲੇਕਿਨ ਇਸ ਦੀਆਂ ਜਿਹੜੀਆਂ ਸੱਭਿਆਚਾਰ ਨੇ, ਇਹਦੇ ਜਿਹੜੇ ਭਾਸ਼ਾਈ ਗਰੁੱਪ ਨੇ, ਦਲਿਤ ਨੇ, ਜਾਂ ਜੋ ਕਬੀਲਾ ਆਦਿਵਾਸੀ ਨੇ, ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਸੀ। ਪਰ ਇਸ ਵੇਲੇ ਜੋ ਲੋੜ ਪੈ ਰਹੀ ਹੈ 2020 ਦੇ ਵਿੱਚ, ਜਦੋਂ ਕਿ ਕੇਂਦਰ ਸਰਕਾਰ ਨੇ ਆਪਣੀਆਂ ਜਿਹੜੀਆਂ ਨੀਤੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਇੱਥੇ ਉਹ ਬਹੁਤ ਗਿਣਤੀਆਂ ਦੇ ਦਬਦਬੇ ਦੇ ਨਾਲ ਘੱਟ ਗਿਣਤੀਆਂ ਨੂੰ ਕਿਸ ਤਰੀਕੇ ਨਾਲ ਉਹ ਕਾਰਨਰ ਕਰੀ ਜਾ ਰਹੀ ਹੈ, ਇਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਇਹ ਜਿਹੜੀ ਸ਼ੇਅਰਿੰਗ ਆਫ ਸੋਵਰੈਨਟੀ ਦਾ ਮੁੱਦਾ ਆਇਆ ਨਾ ਜੀ, ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਇਹ ਸੰਘਰਸ਼ ਨਿਕਲਦਾ ਹੈ ਉਸ ਬਾਰੇ ਇੱਕ ਤਰ੍ਹਾਂ ਦੀ ਸਾਡੇ ਕੋਲ ਇੱਕ ਦਿਸ਼ਾ ਹੋਵੇ ਕਿ ਅਸੀਂ, ਸਾਡੇ ਨੌਜਵਾਨ ਨੇ, ਸਾਡੇ ਵਿਦਵਾਨਾਂ ਨੇ ਔਰ ਸਾਡੀਆਂ ਆਮ ਲੋਕਾਂ ਨੇ ਕਿਸ ਢੰਗ ਦੇ ਨਾਲ ਪੰਜਾਬ ਦੇ ਅਧਿਕਾਰਾਂ ਨੂੰ ਔਰ ਪੰਜਾਬ ਦੀ ਸਥਿਤੀ ਨੂੰ ਬਚਾ ਕੇ ਇੱਕ ਨਵਾਂ ਪੰਜਾਬ ਸਿਰਜਣਾ। ਸੋ ਇਸ ਵਾਸਤੇ ਮੈਂ ਸੋਲੂਸ਼ਨ ਜਿਹੜਾ ਦੱਸ ਰਿਹਾ, ਕਿਉਂਕਿ ਸਾਡੇ ਵਿਚਾਰ ਸਾਹਮਣੇ ਆ ਗਈ ਹੈ ਕਿ ਕਿਸ ਢੰਗ ਦੇ ਨਾਲ ਇਸ ਲਈ ਸਾਡੀ ਜਿਹੜੀ ਸਥਿਤੀ ਹੈ ਉਹ ਮਜ਼ਬੂਤ ਹੋ ਸਕਦੀ ਹੈ, ਸਾਡਾ ਦਿਸ਼ਾ ਕੀ ਨਿਕਲ ਸਕਦੀ ਹੈ। ਕਿਸਾਨੀ ਅੰਦੋਲਨ ਵਿੱਚੋਂ ਅਗਰ ਕੋਈ ਨਵੀਂ ਲਹਿਰ, ਜਦੋਂ ਆਲਟਰਨੇਟਿਵ ਪੋਲੀਟਿਕਸ, ਆਲਟਰਨੇਟਿਵ ਪਾਰਟੀ, ਆਲਟਰਨੇਟਿਵ ਲੀਡਰਸ਼ਿਪ, ਆਲਟਰਨੇਟਿਵ ਵਿਜ਼ਨ ਅਗਰ ਨਿਕਲਦਾ ਹੈ ਤਾਂ ਉਹਦਾ ਆਧਾਰ ਜਿਹੜਾ ਹੈ ਉਹ ਇਹ ਜਿਹੜੀ ਮੇਰੇ ਵਿਚਾਰ ਮੈਂ ਤੁਹਾਨੂੰ ਦੇਖ ਰਿਹਾ ਉਹ ਬਣ ਸਕਦੇ ਨੇ, ਜੋ ਕਿ ਇਸ ਕਿਤਾਬ 'ਚ ਜ਼ਿਕਰ ਕੀਤੇ ਗਏ ਨੇ। ਸਿੱਖ ਵਿਜ਼ਨ 2025 ਜਿਹੜਾ ਹੈ ਉਹ 25, ਕਿਉਂਕਿ ਸਮੇਂ ਨਾਲ ਜਿਹੜਾ ਵਿਦਵਾਨ ਹੈ ਉਹ ਆਉਣ ਵਾਲੇ ਸਮੇਂ ਤੋਂ ਅੱਗੇ ਸੋਚਦਾ ਹੁੰਦਾ ਹੈ। ਅਸੀਂ 2005 ਦੇ ਵਿੱਚ ਇਸ ਬਾਰੇ ਸੋਚਿਆ, ਇੱਕ ਪੁਸਤਕ ਆਈ ਔਰ ਉਸ ਦੇ ਨਾਲ ਅਸੀਂ ਲਗਾਤਾਰ ਇਸ ਬਾਰੇ ਵਿਚਾਰ ਦਿੰਦੇ ਆ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਆਉਣ ਵਾਲੇ ਦਹਾਕਿਆਂ ਦੇ ਵਿੱਚ ਸਾਡਾ ਜਿਹੜਾ ਸਿੱਖ ਯੂਥ ਹੈ, ਕਿਉਂਕਿ ਦੋ ਜਨਰੇਸ਼ਨ ਜਿਹੜੀਆਂ ਨੇ ਸਾਡੀਆਂ 1960 70 ਤੋਂ ਬਾਅਦ, 70 ਤੋਂ ਬਾਅਦ ਉਹ ਸੰਘਰਸ਼ ਦੇ ਲੇਖੇ ਲੱਗ ਗਈਆਂ ਨੇ। ਇਹ ਹੁਣ ਜਿਹੜੀ ਜਨਰੇਸ਼ਨ ਹੈ ਇਹ ਬੜੀ ਚੇਤੰਨ ਹੈ, ਬੜੀ ਫਾਰ ਸਾਈਟਡ ਹੈ
ਔਰ ਇਸ ਦੇ ਨਾਲ ਜੋ ਸਾਡੀ ਸਥਿਤੀ ਜਿਸ ਤਰੀਕੇ ਨਾਲ ਸਾਡੀ ਪਾਰਟੀਆਂ ਨੇ ਬਣਾ ਦਿੱਤੀ ਹੈ, ਉਸ ਨੇ ਕਿਸ ਤਰੀਕੇ ਨਾਲ ਸਾਡੀ ਇਸ ਨਵੀਂ ਸਿੱਖ ਯੂਥ ਨੂੰ ਬੇਰੁਜ਼ਗਾਰੀ ਦੇ ਵਿੱਚ ਧੱਕ ਦਿੱਤਾ ਹੈ, ਨਸ਼ਿਆਂ 'ਚ ਧੱਕ ਦਿੱਤਾ ਹੈ ਔਰ ਹੋਰ ਬੜੀਆਂ ਅਸੁਰੱਖਿਅਤ ਭਵਿੱਖ ਵੱਲ ਧੱਕ ਦਿੱਤਾ ਹੈ। ਉਸ ਸੁਰੱਖਿਆ ਵਿੱਚੋਂ ਇੱਕ ਤਾਂ ਜਿਹੜੀ ਸਾਡੀ ਲੀਡਰਸ਼ਿਪ ਹੈ, ਚਾਹੇ ਕਾਂਗਰਸ ਦੀ ਹੈ, ਚਾਹੇ ਆਮ ਆਦਮੀ ਪਾਰਟੀ ਦੀ, ਚਾਹੇ ਅਕਾਲੀ ਦਲ ਦੀ ਹੈ, ਇੱਕ ਤਾਂ ਉਹ ਚੈਲੰਜ ਹੋ ਗਈ ਹੈ। ਉਹਨਾਂ ਨੇ ਅੱਗੇ ਕੀ ਕਰਨਾ ਹੈ, ਪੰਜਾਬ ਲਈ ਕੀ ਇੱਕ ਨਵਾਂ ਭਵਿੱਖ ਕਿਵੇਂ ਸਿਰਜਣਾ ਹੈ, ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਹੈ ਕਿ ਯੂਥ ਕੋਲ ਕੀ ਪ੍ਰੋਗਰਾਮ ਹੋਵੇ, ਕੀ ਏਜੰਡਾ ਹੋਵੇ। ਇਸ ਬਾਰੇ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਅੱਜ ਦੀ ਸਥਿਤੀਆਂ ਨੇ ਉਹ ਬੜੀ ਸਪਸ਼ਟ ਹੋ ਗਈਆਂ ਨੇ ਕਿ ਅਸੀਂ ਇੱਕ ਨਵਾਂ ਪੰਜਾਬ ਕਿਵੇਂ ਸਿਰਜਣਾ ਹੈ ਔਰ ਨਵਾਂ ਪੰਜਾਬ ਦਾ ਫੈਡਰਲ ਸਟਰਕਚਰ ਔਰ ਕੇਂਦਰ ਸਰਕਾਰ ਦਾ ਔਰ ਸਟੇਟ ਰਿਲੇਸ਼ਨਸ ਨੂੰ ਕਿਵੇਂ ਇੱਕ ਤਰ੍ਹਾਂ ਨਵੇਂ ਸਿਰਿਓਂ ਰੀਡਿਫਾਈਨ ਕਰਨਾ ਹੈ, ਰੀਇਨਵੈਂਟ ਕਰਨਾ ਹੈ। ਇਸ ਬਾਰੇ ਮੈਂ ਸਮਝਦਾ ਕਿ ਸਾਨੂੰ ਇਹ ਕਰਨੇ ਚਾਹੀਦੇ ਨੇ। ਸਮਾਰਟ TV ਵੱਲੋਂ ਅਸੀਂ ਗਾਹੇ ਬਗਾਹੇ ਯਤਨ ਕਰਦੇ ਆ ਰਹੇ ਹਾਂ, ਲੋਕ ਇਸ ਵਾਸਤੇ ਰਿਸਪੌਂਸ ਵੀ ਕਰ ਰਹੇ ਨੇ, ਪਰ ਚੂੰਕਿ ਵਿਸ਼ੇ ਜਿਹੜੇ ਨੇ ਬੜੇ ਗੰਭੀਰ ਨੇ, ਇੰਟਲੈਕਚੁਅਲ ਪੱਧਰ ਦੇ ਨੇ, ਇਸ ਕਰਕੇ ਆਮ ਲੋਕ ਇਸ ਨੂੰ ਉਹਨਾਂ ਸ਼ੇਅਰ ਨਹੀਂ ਕਰਦੇ, ਉਹਨਾਂ ਲਾਈਕ ਘੱਟ ਕਰ ਰਹੇ ਨੇ ਜਿੰਨਾ ਕਿ ਸਾਨੂੰ ਚਾਹੀਦਾ ਸੀ ਜਾਂ ਹੋਰ ਕਿਵੇਂ। ਸੋ ਮੈਂ ਸਮਝਦਾ ਕਿ ਸਮਾਰਟ TV ਤੁਹਾਡੇ ਇਸ ਸਾਰੇ ਜਿਹੜਾ ਸੋਸ਼ਲ ਮੀਡੀਆ ਦੇ ਪਰਿਵਾਰ 'ਚ ਆ ਗਿਆ ਹੈ, ਇਸ ਬਾਰੇ ਸਪੋਰਟ ਕਰੋ। ਇਸ ਨੂੰ ਜੋ ਅਸੀਂ ਵਿਚਾਰ ਦੇ ਰਹੇ ਹਾਂ ਉਹਨਾਂ ਵਿਚਾਰਾਂ ਨੂੰ ਤੁਸੀਂ ਅੱਗੇ ਫੈਲਾਓ, ਇਸ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਤਾਂ ਜੋ ਸੋਲੂਸ਼ਨ ਅਸੀਂ ਦੱਸ ਰਹੇ ਹਾਂ, ਜੋ ਸਥਿਤੀਆਂ ਦੱਸ ਰਹੇ ਹਾਂ ਉਹ ਲੋਕਾਂ ਤੱਕ ਜਾਣ ਔਰ ਸਿੱਖ ਯੂਥ ਜਿਹੜਾ ਹੈ ਜਾਂ ਸਾਡਾ ਪੰਜਾਬ ਦਾ ਯੂਥ ਜਿਹੜਾ ਹੈ ਉਹ ਇਸ ਵਿੱਚੋਂ ਇੱਕ ਨਵੀਂ ਦਿਸ਼ਾ ਪ੍ਰਾਪਤ ਕਰਕੇ ਅੱਗੇ ਨਵੇਂ ਹਾਲਾਤ ਦੇ ਵਿੱਚ ਆਪਣੀ ਬਚਾਅ ਕਰਦੇ ਹੋਏ ਪੰਥ ਔਰ ਸਾਰੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਨੂੰ ਬਚਾ ਕਰਕੇ ਰੱਖਦੇ ਹੋਏ ਇੱਕ ਤਰ੍ਹਾਂ ਨਵਾਂ ਦਿਸ਼ਾ ਦਾ ਨਿਰਧਾਰਿਤ ਕਰ ਸਕੇ, ਨਵੀਂ ਦਿਸ਼ਾ ਵੱਲ ਜਾ ਸਕੇ, ਤਾਂ ਕਿ ਪੰਜਾਬ ਇੱਕ ਵੱਧ ਹੋ ਸਕੇ। ਇੰਨੇ ਸ਼ਬਦ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।